ਤਵਰ ਤਵ ਚਵਰ ਤਖਤ ਛਤਰ ਦਾ ਮਾਲਕ, ਗੁਰ ਗੱਦੀ ਤੇ ਬਿਰਾਜਮਾਨ, ਸ਼ਬਦ ਗੁਰੂ ਅਵਤਾਰ, ਬਾਣੀ ਬੋਹਿਤ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਜੋ ਆਪਾਂ ਚਿਰਾਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਹਾਂ। ਆਓ ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਵਨ ਜੀਵਨ ਵਿੱਚੋਂ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ, ਤਾਂ ਕਿ ਇਹ ਸਾਡਾ ਸੰਸਾਰ ਤੇ ਸਫਲ ਹੋ ਜਾਵੇ। ਨਿੱਤ ਦੇ ਦੁੱਖਾਂ, ਕਲੇਸ਼ਾਂ, ਰੋਗਾਂ, ਸੋਗਾਂ, ਕਾੜਿਆਂ, ਸਾੜਿਆਂ, ਫਿਕਰਾਂ, ਚਿੰਤਾਵਾਂ ਤੋਂ ਮੁਕਤ ਹੋ ਸਕੇ, ਜਮਾਂ ਦੀ ਮਾਰ ਤੋਂ ਵੀ ਬਚ ਜਾਈਏ। ਆਹ ਸੁਣਦੇ ਦੇਖਦੇ ਆ ਰਹੇ ਹਾਂ 85 ਲੱਖ ਜੂਨਾਂ, ਇਹਨਾਂ ਤੋਂ ਵੀ ਸਾਡਾ ਬਚਾਅ ਹੋ ਸਕੇ। ਬੱਚਾ ਹੋਣ ਦਾ ਇੱਕੋ ਹੀ ਪਾਤਸ਼ਾਹ ਨੇ ਸਾਨੂੰ ਢੰਗ ਤਰੀਕਾ ਦੱਸਿਆ ਹੈ ਵੀ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਜਨਮਾਂ ਜਨਵੰਤਰਾਂ ਦੀ ਲੱਗੀ ਹੋਈ ਕੀਤੇ ਪਾਪ ਕਰਮਾਂ ਦੀ ਮੈਲ ਅਗਰ ਉਤਰ ਜਾਵੇ ਤਾਂ ਹੀ ਜੀਵਨ ਸਫਲ ਹੋ, ਤਾਂ ਹੀ ਦੁੱਖਾਂ ਕਲੇਸ਼ਾਂ, ਰੋਗਾਂ ਸੋਗਾਂ ਤੋਂ, ਫਿਕਰਾਂ ਚਿੰਤਾਵਾਂ ਤੋਂ ਮੁਕਤ ਹੋਵਾਂਗੇ। ਉਹਨਾਂ ਚਿਰ ਦੇ ਭਾਵੇਂ ਗੱਲਾਂ ਅਸੀਂ ਲੱਗ ਕਰੀ, ਉਸ ਬਾਲਕ ਦੇ ਦਰ ਤੇ ਗੱਲਾਂ ਨਹੀਂ ਦੇਖੀਆਂ ਜਾਣੀਆਂ, ਨਾ ਹੀ ਇਹ ਦੇਖੇ ਜਾਣਾ ਕਿ ਉਹਨੇ ਕਿੰਨੀ ਕੁ ਬਾਣੀ ਕੰਠ ਕੀਤੀ, ਇਹ ਵੀ ਨਹੀਂ ਦੇਖਿਆ ਜਾਣਾ। ਕਿੰਨੀ ਕੁ ਬਾਣੀ ਉਹਨੇ ਪੜ੍ਹੀ, ਇਹ ਵੀ ਨਹੀਂ ਦੇਖਿਆ ਜਾਣਾ। ਜੇ ਇਹ ਦੇਖਿਆ ਜਾਂਦਾ, ਇੱਕ ਬਹੁਤ ਵੱਡੀ ਉਦਾਹਰਨ ਹੈ ਪਹਿਲੋਂ ਸਾਡੇ ਸਾਹਮਣੇ। ਰਾਵਣ 4 ਵੇਦ ਜ਼ੁਬਾਨੀ ਯਾਦ ਕਰਦਾ ਸੀ, ਬਿਲਕੁਲ ਯਾਦ ਸੀ ਉਹਨੂੰ ਜ਼ੁਬਾਨੀ 4 ਵੇਦ। ਕੋਈ ਛੋਟੀ ਮੋਟੀ ਬਾਣੀ ਥੋੜੀ 4 ਵੇਦਾਂ ਦੀ। ਯਾਦ ਕਰਨਾ ਕੰਠ ਕਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਗੱਲ ਹੈ ਕਮਾਉਣ ਦੀ। ਬਾਦ ਕਬੀਰ ਸਾਹਿਬ ਬੈਠੇ ਨੇ ਗੁਰੂ ਨਾਨਕ ਸਾਹਿਬ ਦੇ ਨਾਲ, ਇਹ ਕਹਿੰਦੇ ਉੱਥੇ ਦੇ ਅਮਲ ਵਿਚਾਰਿਆ ਜਾਣਾ ਹੈ ਵੀ ਜੋ ਇਹਨੇ ਪੜ੍ਹਿਆ, ਜੋ ਇਹਨੇ ਸੁਣਿਆ, ਉੱਤੇ ਵਿਚਾਰ ਕੀਤੀ ਕਿ ਨਹੀਂ ਕੀਤੀ। ਆਹ ਧੰਨ ਗੁਰੂ ਨਾਨਕ ਸਾਹਿਬ ਨੂੰ ਪੁੱਛ ਲਓ, ਇਹ ਵੀ ਕਹਿੰਦੇ ਨੇ, ਕਹਿੰਦੇ ਪੜ੍ਹਿਆ ਮੁਕਤ ਨਾ ਹੋਵੇ ਜਿਤਰ ਸ਼ਬਦ ਨਾ ਕਰੇ ਵਿਚਾਰ। ਪੜ੍ਹਨ ਦੇ ਨਾਲ ਕੁਝ ਨਹੀਂ ਹੋਣਾ। ਪੜ੍ਹਨਾ ਤੇ ਇਸ ਵਾਸਤੇ ਅਸੀਂ ਕਿ ਸਾਨੂੰ ਗਿਆਨ ਹਾਸਲ ਹੋ ਜਾਵੇ, ਗਿਆਨ ਮਿਲ ਸਕੇ। ਤੇ ਜੇ ਪੜ੍ਹ ਕੇ ਗਿਆਨ ਨਾ ਮਿਲ ਸਕਿਆ ਤੇ ਪਾਤਸ਼ਾਹ ਨੇ ਇੱਕ ਬਹੁਤ ਵੱਡਾ ਸਾਨੂੰ ਸ਼ਬਦ ਬਖਸ਼ ਕੀਤਾ, ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਪੜ੍ਹੀਏ ਸਾਧ। ਉਹ ਕਹਿੰਦੇ ਭਾਵੇਂ ਜਿੰਨਾ ਮਰਜ਼ੀ ਪੜ੍ਹਦਾ, ਇੰਨੇ ਗ੍ਰੰਥ ਪੜ੍ਹਦਾ ਕਿ ਤੇਰੇ ਗੱਡਿਆਂ ਦੇ ਉੱਤੇ ਉਹ ਸਮਾਉਣ ਨਾ। ਸਾਰੀ ਉਮਰ ਪੜ੍ਹਦਾ ਜਾ, ਪੜ੍ਹਨ ਦੇ ਨਾਲ ਕੁਝ ਨਹੀਂ।
ਹੋਣਾ ਤਾਂ ਹੈ ਜੇ ਪੜ੍ਹ ਕੇ ਵਿਚਾਰ ਆਪਣੇ ਸੋਚ ਮੰਡਲ ਵਿੱਚ ਲੈ ਕੇ ਜਾਵਾਂਗੇ, ਉਸ ਨੂੰ ਆਪਣੇ ਜੀਵਨ ਵਿੱਚ ਕਮਾਵਾਂਗੇ। ਤਾਂ ਜੇ ਕਮਾ ਨਾ ਸਕੇ ਤੇ ਪਾਤਸ਼ਾਹ ਨੇ ਤੇ ਇੱਕ ਗੱਲ ਕਹੀ ਸਾਨੂੰ, ਉਹ ਕਹਿੰਦੇ ਪੜ੍ਹਿਆ ਕੀ ਪੜੂਗਾ, ਅਨਪੜ੍ਹ ਜਿਹੜਾ ਉਹ ਕੀ ਪੜੂਗਾ। ਦੂਜਾ ਪੱਖ ਪੜ੍ਹਿਆ ਲਿਖਿਆ ਤੇ ਪੜ੍ਹ ਲੂ, ਅਨਪੜ੍ਹ ਕੀ ਕਰੂਗਾ। ਅਨਪੜ੍ਹ ਤੇ ਪੜ੍ਹ ਨਹੀਂ ਸਕਦਾ। ਉੱਥੇ ਪਾਤਸ਼ਾਹ ਨੇ ਪੱਕੀ ਮੋਹਰ ਲਾ ਦਿੱਤੀ। ਉਹ ਕਹਿੰਦੇ ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੇ। ਉਹ ਕਹਿੰਦੇ ਚਾਹੇ ਅਨਪੜ੍ਹਿਆ ਤੇ ਚਾਹੇ ਉਹ ਪੜ੍ਹਿਆ ਹੈ, ਉਹ ਪਰਮ ਗਤੀ ਨੂੰ ਪ੍ਰਾਪਤ ਹੋ ਸਕਦੇ। ਉਹਨਾਂ ਦੀ ਲੱਗੀ ਹੋਈ ਜਨਮਾਂ ਜਨਮਾਂਤਰਾਂ ਦੀ ਮੈਲ ਲੱਥ ਕੇ ਮਨ ਨਾਲੋਂ ਨਿਰਮਲ ਹੋ ਸਕਦਾ ਹੈ। ਤਾਂ ਹੀ ਨਿਰਮਲ ਮਾਲਕ ਦੇ ਨਾਲ ਸੰਬੰਧ ਜੁੜ ਸਕਣਗੇ। ਇੱਕ ਪਾਸੇ ਗੰਦ ਹੋਵੇ, ਦੂਜੇ ਪਾਸੇ ਸਫਾਈ ਹੋ ਤੇ ਮੇਲ ਨਹੀਂ ਖਾਂਦਾ ਪਿਆਰਿਓ। ਇੱਕ ਪਾਸੇ ਫਿੱਕੇ ਬੋਲਣ ਵਾਲਾ ਹੋਵੇ, ਇੱਕ ਪਾਸੇ ਮਿੱਠੇ ਬੋਲ ਬੋਲਣ ਵਾਲਾ ਹੋਵੇ ਤੇ ਮੇਲ ਨਹੀਂ ਖਾਂਦਾ। ਪਾਤਸ਼ਾਹ ਕਹਿੰਦੇ ਤੇ ਪੜ੍ਹੇ ਲਿਖੇ ਦੀ ਕੋਈ ਗੱਲ ਨਹੀਂ, ਇੱਥੇ ਅਮਲ ਕਰਨ ਦੇ ਨਾਲ ਗੱਲ ਹੈ ਕਿ ਉਹਨੇ ਜੀਵਨ ਵਿੱਚ ਕਮਾਇਆ ਕਿੰਨਾ ਕੁ। ਜੇ ਅਨਪੜ੍ਹ ਨੇ ਕਮਾਇਆ ਹੈ ਆਪਣੇ ਜੀਵਨ ਵਿੱਚ, ਉਹਦੀ ਪਰਮ ਗਤੀ ਹੋ ਸਕਦੀ ਹੈ। ਤੇ ਪੜ੍ਹਿਆ ਭਾਵੇਂ ਰਾਵਣ ਵਰਗਾ ਕਿੱਡਾ ਵੱਡਾ ਹੋਵੇ, ਹੋ ਸਕਦਾ ਉਹਦੀ ਪਰਮ ਗਤੀ ਨਾ ਹੋਵੇ। ਨਾਲ ਦੇ ਨਾਲ ਪਾਤਸ਼ਾਹ ਨੇ ਇੱਕ ਗੱਲ ਹੋਰ ਵੀ ਕਹਿਤੀ। ਉਹ ਕਹਿੰਦੇ ਪੜ੍ਹਿਆ ਤੇ ਉਮੀਆਂ ਵਿਚਾਰ ਅੱਗੇ ਜਾਣੀ। ਪੜ੍ਹਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀ। ਅਨਪੜ੍ਹ ਤੇ ਪੜ੍ਹੇ ਦੀ ਤੇ ਉੱਥੇ ਜਾ ਕੇ ਵਿਚਾਰ ਹੋਣੀ ਹੈ, ਇੱਥੇ ਕੋਈ ਵਿਚਾਰ ਨਹੀਂ। ਇੱਥੇ ਪੜ੍ਹਿਆ ਲਿਖਿਆ ਸਨਮਾਨਿਆ ਜਾਂਦਾ ਹੈ, ਅਨਪੜ੍ਹ ਨੂੰ ਕੋਈ ਪੁੱਛਦਾ ਨਹੀਂ। ਉਮੀ ਕਹਿੰਦੇ ਪਿਆਰੋ ਜਿਹੜਾ ਕਿਤੇ ਉਹ ਪੜ੍ਹਿਆ ਨਾ ਹੋਵੇ। ਪੜ੍ਹਿਆ ਅਤੇ ਉਮੀਆਂ, ਉਹ ਤਾਂ ਕਹਿੰਦੇ ਵਿਚਾਰ ਤੋਂ ਪਤਾ ਲੱਗਣਾ ਕਿ ਇਹ ਪੜ੍ਹਿਆ ਕਿ ਅਨਪੜ੍ਹ ਹੈ। ਉੱਥੇ ਪੜ੍ਹੇ ਜਾਂ ਅਨਪੜ੍ਹ ਦੀ ਕੋਈ ਕੀਮਤ ਨਹੀਂ ਪਿਆਰਿਓ। ਉੱਥੇ ਤੇ ਸਿਰਫ ਸ਼ਬਦ ਨੂੰ ਕਮਾਉਣ ਦੀ ਗੱਲ ਹੈ। ਗੁਰੂ ਦਾ ਹੁਕਮ ਸੁਣ ਕੇ ਕਿੰਨੇ ਮੰਨਿਆ। ਉੱਥੇ ਤੇ ਵਿਚਾਰ ਕੇਵਲ ਗੁਰੂ ਦਾ ਸ਼ਬਦ ਸੁਣ ਕੇ ਕਿੰਨੇ ਮੰਨਿਆ, ਉੱਥੇ ਤੇ ਵਿਚਾਰ ਪਰਖੀ ਜਾਣੀ। ਆਪਾਂ ਕੱਲ ਇਹੋ ਵਿਚਾਰ ਕਰਦੇ ਸੀਗੇ ਕਿ ਜਦੋਂ ਭਾਈ ਲਹਿਣਾ ਜੀ, ਹੋਣ ਵਾਲੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੂਸਰੇ ਗੁਰੂ, ਜਦੋਂ ਧੰਨ ਗੁਰੂ ਨਾਨਕ ਸਾਹਿਬ ਨੂੰ ਕਰਤਾਰਪੁਰ ਮਿਲਣ ਵਾਸਤੇ ਗਏ ਤੇ ਉਹਨਾਂ ਨੇ ਦੁਨਿਆਵੀ ਬਚਨ ਕਮਾ ਕੇ ਸਭ ਕੁਝ ਪਾ ਲਿਆ। ਪਰ ਰੱਬੀ ਬੋਲਾਂ ਦੇ ਨਾਲ ਤੇ ਸਭ ਦਾ ਭਲਾ ਹੁੰਦਾ ਹੈ। ਰੱਬੀ ਬੋਲਾਂ ਨੂੰ ਕੋਈ ਕਮਾ ਲੈਣਾ ਤਾਂ ਉਹਦਾ ਸਭ ਦਾ ਭਲਾ ਹੋਣਾ ਹੈ। ਪਰ ਉਹਨਾਂ ਨੇ ਦੁਨਿਆਵੀ ਬੋਲ ਪੁਗਾਇਆ, ਦੁਨਿਆਵੀ ਬੋਲ ਨੂੰ ਸੱਤ ਕਰਕੇ ਮੰਨ ਲਿਆ ਗੁਰੂ ਦੇ ਨੂੰ। ਉਹ ਕੀ ਸੀ ਦੁਨਿਆਵੀ ਬੋਲ? ਉਹ ਦੁਨਿਆਵੀ ਬੋਲ ਸੀ ਸਿਖਾ ਆ ਪੰਡ ਚੁਕਲਾ ਘਾਹ ਦੀ। ਆਪਾਂ ਘਰ ਨੂੰ ਚੱਲਦੇ, ਘਰ ਬੈਠ ਕੇ ਕੋਈ ਸ਼ਬਦ ਸਿਖਾਉਂਦੇ ਆ, ਕੋਈ ਰੱਬ ਦੀਆਂ ਗੱਲਾਂ ਕਰੋ, ਉੱਥੇ ਆਪਾਂ ਬਾਤਾਂ ਚੀਤਾਂ ਕਰਾਂਗੇ ਘਰ ਚੱਲ ਕੇ। ਹੁਣ ਪਿਆਰਿਓ ਰੋੜਾ ਪੁੱਤਰ ਸੀ, ਬਾਣੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਵੈਸੇ ਬਾਣੀ ਤੇ ਰੋੜੇ 'ਚ ਫਰਕ ਹੁੰਦਾ। ਦੁਕਾਨ ਦਾ ਕਹਿ ਲਈਏ ਸੌਖੀ ਸਮਝ ਆ ਜਾਊਗੀ, ਪੰਜਾਬੀ ਕਹਿ ਲਓ, ਪੰਜਾਬੀ ਰੋੜੇ, ਖੱਤਰੀ।
ਆਖਰ ਕੱਪੜੇ ਚੰਗੇ ਹੋਣਗੇ ਨਾ ਉਸ ਟਾਈਮ ਦੇ, ਵਧੀਆ ਕੱਪੜੇ ਪਾ ਗਿਆ ਉਹ, ਕੋਈ ਲੀਰਾ ਲਮਕਾ ਕੇ ਤੇ ਨਹੀਂ ਗਿਆ ਉਹ। ਬਸ ਉਹਨੇ ਅੱਗਾ ਨਹੀਂ ਦੇਖਿਆ, ਪਿੱਛਾ ਨਹੀਂ ਦੇਖਿਆ, ਗੁਰੂ ਦਾ ਮੂੰਹ ਦੇ ਵਿੱਚੋਂ ਆਵਾਜ਼ ਆਈ, ਸਿੱਖਾ ਪੰਡ ਚੁੱਕ ਲਾ ਚਲੀਏ। ਹੁਣ ਇੱਕ ਤਾਂ ਗਾਰਾ ਲੱਗਾ ਹੋਇਆ ਘਾਹ ਦੀ ਜੜ੍ਹਾਂ ਨੂੰ, ਦੂਜਾ ਘਾਹ ਗਿੱਲਾ, ਕੱਪੜੇ ਸਾਰੇ ਖਰਾਬ ਹੋ ਗਏ। ਮਨ ਵਿੱਚ ਥੋੜੀ ਬਹੁਤ ਵੀ ਗਲਿਆਣ ਨਹੀਂ ਆਈ ਵੀ ਮੈਂ ਇੰਨੇ ਸੋਹਣੇ ਕੱਪੜੇ ਪਾ ਕੇ ਘਰ ਤੋਂ ਆਇਆ ਤੇ ਨਾਨਕ ਤਪੇ ਨੇ ਮੈਨੂੰ ਇਹ ਕਹਿ ਦਿੱਤਾ ਵੀ ਇਹ ਚੁੱਕ ਲਾ, ਕੱਪੜੇ ਮੇਰੇ ਸਾਰੇ ਖਰਾਬ ਹੋ ਗਏ ਨੇ। ਆਪਾਂ ਫਰੀਦ ਸਾਹਿਬ ਦੀ ਵੀ ਸੁਣ ਲਓ, ਉਹ ਕਹਿੰਦਾ ਮੈਂ ਨਮਸਕਾਰ ਪਤਾ ਕਿਉਂ ਨਹੀਂ ਕਰਦਾ, ਮੈਂ ਇਸ ਕਰਕੇ ਨਹੀਂ ਕਰਦਾ ਕਿ ਮੇਰੀ ਥੱਲੇ ਲਾ ਕੇ ਪੈਰਾਂ ਦੇ ਥੱਲੇ ਧਰਤੀ ਦੇ ਲਾ ਕੇ ਪੱਗ ਮੈਲੀ ਨਾ ਹੋ ਜਾਵੇ। ਇਹ ਅਹੰਕਾਰੀ ਦੀ ਗੱਲ। ਗੁਰੂ ਦਾ ਬਚਨ ਜਿੱਧਰ ਮਰਜ਼ੀ ਜਾਵੇ, ਮੇਰੇ ਤਨ ਦੇ ਕੱਪੜੇ, ਮੇਰੀ ਪੱਗ ਮੈਲੀ ਨਾ ਹੋ ਜਾਵੇ। ਹੁੰਦਾ ਹੈ ਵੀ ਗੁਰੂ ਦਾ ਬਚਨ ਵੀ ਕਮਾਉਣਾ ਚਾਹੁੰਦਾ ਹੈ, ਕੱਪੜੇ ਵੀ ਮੈਲੇ ਨਾ ਹੋਣ, ਪੱਗ ਵੀ ਮੈਲੀ ਨਾ ਹੋਵੇ, ਤੇ ਸ਼ਾਇਦ ਝੁਕਣਾ ਵੀ ਨਾ ਪਵੇ। ਝੁਕੂਗਾ ਤਾਂ ਸਭ ਕੁਝ ਹੋਊਗਾ। ਉਹ ਨਹੀਂ ਦੇਖਦਾ ਕਿ ਝੁਕਣ ਦੇ ਨਾਲ ਚਰਮਾਂ ਜਲਵੰਤਾਂ ਦੀ ਮੈਲ ਉਤਰਦੀ ਹੈ। ਜਦੋਂ ਘਾਹ ਦੀ ਪੰਡ ਲੈ ਕੇ ਘਰ ਵਿੱਚ ਆਏ, ਮਾਤਾ ਨੇ ਸੁਭਾਵ ਇਹ ਗੱਲ ਕਹਿ ਦਿੱਤੀ, ਕਹਿੰਦੇ ਪਤੀ ਗੁਰਦੇਵ ਇਹ ਕੀ ਕੀਤਾ? ਉਹਦਾ ਹੱਕ ਸੀਗਾ, ਮਾਤਾ ਦਾ ਹੱਕ ਸੀਗਾ। ਪਤਨੀ ਪਤੀ ਨੂੰ ਕਹਿ ਸਕਦੀ ਹੈ, ਉਹਦਾ ਕੋਈ ਪਾਪ ਨਹੀਂ, ਪੁੱਛ ਸਕਦੀ ਹੈ। ਸਿੱਖ ਵੀ ਗੁਰੂ ਨੂੰ ਪੁੱਛ ਸਕਦਾ ਹੈ, ਪਰ ਢੰਗ ਹੋਵੇ ਪੁੱਛਣ ਦਾ। ਪੁੱਛ ਲਿਆ ਮਾਤਾ ਨੇ, ਇਹ ਕੀ ਕੀਤਾ? ਪਤੀ ਗੁਰਦੇਵ ਇੰਨੇ ਸੋਹਣੇ ਘਰ ਤੋਂ ਕੱਪੜੇ ਮੁੰਡਾ ਪਾ ਕੇ ਆਇਆ, ਕੱਪੜੇ ਸਾਰੇ ਖਰਾਬ ਹੋ ਗਏ। ਸੁਭਾਵਕ ਪਤਾ, ਪੜ੍ਹਿਆ ਤੇ ਉਹ ਮੀਆਂ ਵਿਚਾਰ ਕੇ ਵਿਚਾਰੀ, ਪੜ੍ਹਿਆ ਅਨਪੜ੍ਹ ਪਰਮਗਤ ਪਾਵੇ। ਸੁਭਾਵਕ ਪਾਤਸ਼ਾਹ ਨੇ ਕਹਿਤਾ, ਪਰ ਇਹ ਤੂੰ ਨਹੀਂ ਜਾਣਦੀ, ਇਹ ਤਾਂ ਦੀਨ ਦੁਨੀਆ ਦਾ ਮਾਲਕ ਹੈ ਤੇ ਇਹਦੇ ਕੇਸਰ ਦੇ ਛਿੱਟੇ ਪਏ ਹੋਏ, ਕੇਸਰ ਦੇ ਛਿੱਟੇ ਪਏ ਉਹਦੇ ਤੇ, ਕੇਸਰ ਦਾ ਛਿੜਕਾਅ ਹੋਇਆ, ਮੈਲੇ ਨਹੀਂ ਹੋਏ ਕੱਪੜੇ, ਕੱਪੜੇ ਖਰਾਬ ਨਹੀਂ ਹੋਏ। ਇਹ ਤੇ ਕਿਸ ਕਸਤੂਰੀ ਦੇ ਛਿੱਟੇ ਪਏ ਹੋਏ ਤੇ ਛਿੜਕਾਅ ਹੋਇਆ ਹੈ। ਇੱਕ ਛੋਟੀ ਜਿਹੀ ਪੰਡ ਹੈ ਤਾਂ ਇਹਨੇ ਤੇ ਬਹੁਤ ਵੱਡੀ ਸੰਸਾਰ ਦੀ ਪੰਡ ਚੁੱਕਣੀ ਹੈ। ਇਹ ਤਾਂ ਛੋਟੀ ਜਿਹੀ ਪੰਡ ਹੈ ਨਾ ਕਾਦੀ, ਇਹਨੇ ਬਹੁਤ ਵੱਡਾ ਦੁਨੀਆ ਦਾ ਭਾਰ ਸਹਿਣਾ ਹੈ, ਦੀਨ ਦੁਨੀਆ ਦਾ ਮਾਲਕ ਬਣਨਾ ਹੈ, ਲੋਕਾਂ ਦੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਹੈ, ਤਪਦੀ ਦੁਨੀਆ ਨੂੰ ਉਠਾਰਨਾ ਨੇ। ਸੁਭਾਵਿਕ ਬਚਨ ਨਿਕਲ ਗਏ ਸੀ। ਗੱਲ ਕਿੱਥੋਂ ਚੱਲੀ ਹੈ ਸਾਰੀ? ਸੁਣਨ ਤੋਂ ਦਰਿਆਵੀ ਬੋਲ ਸੁਣੇ ਨਾ, ਦੁਨਿਆਵੀ ਬੋਲਣ ਦੇ ਨਾਲ ਹੀ ਤਰ ਗਿਆ। ਫਿਰ ਪੈਰ ਪਰਖਾਂ ਕੇ ਉਹ ਸ਼ੁਰੂ ਹੋ ਗਈਆਂ, ਪਰਖਾਂ ਕੇ ਸ਼ੁਰੂ ਹੋ ਗਈਆਂ ਵੀ ਦਾਨ ਦੇ ਦੂਜੇ ਸਿੱਖ ਇਹ ਗੱਲ ਨਾ ਕਹਿ ਦੇਣ ਕੱਲ ਆਇਆ ਤਾਂ ਚੌਧਰੀ ਬਣ ਗਿਆ,
ਕੱਲ ਆਇਆ, ਅੱਜ ਚੌਧਰੀ ਆ ਬਣ ਗਿਆ। ਜੀਵਨ ਵਿੱਚ ਬਹੁਤ ਪਰਖਾਂ ਹੋਈਆਂ। ਅੱਧੀ ਰਾਤ ਧੰਨ ਗੁਰਦਾਸ ਸਾਹਿਬ ਵੀ ਕਹਿਣ ਲੱਗੇ, ਲੈਣਿਆ ਧੁੱਪ ਲੱਗੀ ਬਹੁਤ, ਜਾ ਕੱਪੜੇ ਧੋ ਲਿਆ ਨਦੀ ਤੋਂ। ਲੈਣਾ ਕਹਿੰਦਾ 7 ਵਜੇ ਜੀ। ਜਾਣਦਾ ਸੀ ਲੈਣਾ ਕਿ ਅੱਧੀ ਰਾਤ ਹੈ, ਪਰ ਉਹਨੇ ਹਾਂ ਨਹੀਂ ਕੀਤੀ, ਹੂੰ ਨਹੀਂ ਕੀਤੀ। ਉਹਨੇ ਚੁੱਕੇ ਲੀੜੇ ਤੁਰਨ ਲੱਗਾ। ਭਾਈ ਬੁੱਢਾ ਜੀ ਵਰਗੇ ਸਿੱਖ ਕਹਿਣ ਲੱਗੇ, ਲੈਣਿਆ ਸਤਿਗੁਰੂ ਨੂੰ ਕਹਿ ਵੀ ਅੱਜ ਤੇ ਅੱਧੀ ਰਾਤ ਹੈ। ਉਹ ਕਹਿੰਦਾ ਮੈਂ ਰਾਤ ਤੋਂ ਕੀ ਲੈਣਾ, ਮੈਂ ਰਾਤ ਤੋਂ ਕੀ ਲੈਣਾ, ਰਾਤ ਨਾਲ ਮੇਰਾ ਕੋਈ ਮਤਲਬ ਨਹੀਂ। ਮੈਂ ਤਾਂ ਗੁਰੂ ਨੇ ਮੈਨੂੰ ਇਹ ਗੱਲ ਕਹੀ ਆ ਵੀ ਜਦ ਧੁੱਪ ਲੱਗੀ ਕੱਪੜੇ ਧੋ ਕੇ ਲੈ। ਗੁਰੂ ਨਹੀਂ ਝੂਠ ਬੋਲਦਾ, ਗੁਰੂ ਸੱਚ ਬੋਲਦਾ ਹੈ। ਮੈਂ ਤਾਂ ਗੁਰੂ ਦਾ ਕਹਿਣਾ ਮੰਨਣਾ। ਗੱਲ ਆਪਾਂ ਕਮਾਉਣ ਤੋਂ ਸ਼ੁਰੂ ਕੀਤੀ ਅੱਜ, ਵੀ ਜਿੰਨਾ ਚਿਰ ਗੁਰੂ ਦੇ ਸ਼ਬਦ ਨੂੰ ਕਮਾਉਂਦਾ ਨਹੀਂ ਬੰਦਾ, ਉਹਨਾਂ ਚਿਰ ਜਨਮਾਂ ਜਨਮਾਂਤਰ ਲੱਗੀ ਹੋਈ ਮੈਲ ਧੁੱਪ ਨਹੀਂ ਸਕਦੀ ਕਦੇ ਵੀ। ਕਹਿਣ ਲੱਗਾ ਮੇਰਾ ਕੋਈ ਮਤਲਬ ਨਹੀਂ ਰਾਤ ਦਾ ਦਿਨ ਦੇ ਨਾਲ, ਮੈਂ ਤਾਂ ਗੁਰੂ ਦਾ ਸ਼ਬਦ ਕਮਾਉਣਾ। ਗੁਰੂ ਕਹਿੰਦਾ ਵੀ ਧੁੱਪ ਲੱਗੀ, ਜੇ ਮੇਰੇ ਗੁਰੂ ਨੇ ਕਹਿਤਾ ਨਾ ਤੇ ਸੂਰਜ ਤੇ ਭਾਵੇਂ ਆਪਣੀ ਦਿਸ਼ਾ ਬਦਲ ਜਾਵੇ, ਪਰ ਮੇਰੇ ਗੁਰੂ ਦਾ ਕਦੇ ਬਚਨ ਜਿਹੜਾ ਝੂਠਾ ਨਹੀਂ ਹੋ ਸਕਦਾ। ਐਡਾ ਵੱਡਾ ਵਿਸ਼ਵਾਸ, ਐਡਾ ਵੱਡਾ ਭਰੋਸਾ। ਅੱਧੀ ਰਾਤ ਕੱਪੜੇ ਚੁੱਕੇ ਤੁਰ ਪਿਆ। ਜਦ ਨਦੀ ਤੇ ਗਿਆ ਤਾਂ ਕੜਾਕੇ ਦੀ ਧੁੱਪ, ਗਰਮੀ। ਥੋੜੇ ਹੀ ਸਮੇਂ ਕੱਪੜੇ ਧੋ ਕੇ ਸੁਕਾ ਕੇ ਲੈ ਆਇਆ। ਅਜੇ ਸਿੱਖ ਸਾਰੇ ਸੁੱਤੇ ਨੇ। ਗੁਰੂ ਦਾ ਬਚਨ ਕਮਾਇਆ। ਜੇ ਕਹਿਤਾ ਕਿ ਸੰਗਤਾਂ ਭੁੱਖੀਆਂ ਨੇ ਲੈਣਿਆ, ਆ ਕਿੱਕਰ ਤੇ ਚੜ, ਇਹਨੂੰ ਹਲੂਣ, ਇਹ ਤੋਂ ਮਠਿਆਈ ਡਿੱਗਣਗੀਆਂ। ਉੱਠ ਖਲੋਤਾ, ਕਿੱਕਰ ਤੇ ਚੜ੍ਹਨ ਲੱਗੇ ਦੀ ਬਾਂਹ ਫੜਦੀ ਬਾਬਾ ਸ਼੍ਰੀ ਚੰਦ, ਬਾਬਾ ਬੁੱਢਾ ਜੀ। ਕਹਿੰਦੇ ਕਿ ਕੀ ਕਰਦਾ? ਕਹਿੰਦੇ ਕਿੱਕਰ ਤੇ ਚੜ੍ਹ ਕੇ ਲੂਣਾ ਦੇ, ਕਿੱਕਰ ਤੋਂ ਮਠਿਆਈ ਡਿੱਗਣਗੀਆਂ। ਕਹਿੰਦੇ ਤੈਨੂੰ ਪਤਾ ਹੈ ਵੀ ਕਦੇ ਕਿੱਕਰਾਂ ਨਾਲ ਮਠਿਆਈ ਲੱਗਿਆ? ਮਠਿਆਈ ਤੇ ਹਲਵਾਈ ਬਣਾਉਂਦਾ ਹੈ, ਕਿੱਕਰ ਨਾਲ ਥੋੜ੍ਹੀ ਮਠਿਆਈ ਲੱਗਦੀ ਹੈ। ਉਹ ਕਹਿੰਦਾ ਮੈਂ ਮਠਿਆਈ ਤੋਂ ਕੀ ਲੈਣਾ ਦੇਣਾ, ਮੇਰਾ ਮਠਿਆਈ ਨਾਲ ਕੋਈ ਸੰਬੰਧ ਨਹੀਂ, ਮੇਰਾ ਤਾਂ ਗੁਰੂ ਦੇ ਬਚਨਾਂ ਨਾਲ ਸੰਬੰਧ ਹੈ। ਗੁਰੂ ਨੇ ਕਿਹਾ ਹੈ, ਮੈਂ ਸੁਣਿਆ, ਮੈਂ ਮੰਨਣਾ ਹੈ। ਸੁਣਿਆ, ਮੰਨਿਆ, ਮਨ ਕੀਤਾ ਭਾਉ। ਇਸ ਤਰੀਕੇ ਨਾਲ ਪਿਆਰ ਵੱਧਦਾ, ਫਿਰ ਪ੍ਰੇਮ ਵੱਧਦਾ ਹੈ। ਤੇ ਗੁਰੂ ਨਾਨਕ ਸਾਹਿਬ ਨੇ, ਗੁਰੂ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੋਹਰ ਲਾਤੀ ਇਸ ਗੱਲ ਤੇ। ਕਹਿੰਦੇ ਸਾਚ ਕੌਣ ਸੁਣ ਲੋ ਸਭੈ, ਜਿਨ ਪ੍ਰੇਮ ਕੀਆ ਤਿਨ ਹੀ ਪ੍ਰਾਪਤ। ਸੰਸਾਰ ਦੇ ਲੋਕਾਂ ਨੂੰ ਬਹੁਤ ਉੱਚੀ ਆਵਾਜ਼ ਦੇ ਨਾਲ ਪਾਤਸ਼ਾਹ ਨੇ ਕਿਹਾ, ਕਹਿੰਦੇ ਉਹ ਸੰਸਾਰ ਦੇ ਲੋਕੋ, ਮੈਂ ਤੁਹਾਨੂੰ ਇੱਕ ਸੱਚੀ ਗੱਲ ਕਹਿਣ ਲੱਗਾ, ਇਹਨੂੰ ਝੂਠ ਨਾ ਮੰਨਿਓ, ਬਿਲਕੁਲ ਸੱਚ ਹੈ ਗੱਲ। ਕਿਹੜੀ ਪਾਤਸ਼ਾਹ? ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਉਂ ਇਹ ਸ੍ਰਿਸ਼ਟੀ ਪੈਦਾ ਹੋਈ ਉਦੋਂ ਤੋਂ ਲੈ ਕੇ ਅੱਜ ਤੱਕ ਜਿਨਨੇ ਵੀ ਉਸ ਅਕਾਲ ਪੁਰਖ ਦੇ ਨਾਲ ਪ੍ਰੇਮ ਪਾਇਆ, ਉਹਦਾ ਰੂਪ ਹੋ ਗਿਆ, ਖੁਦ ਖੁਦਾ ਦਾ ਰੂਪ ਹੋ ਗਿਆ। ਪੜ੍ਹ ਦੋ ਭਗਤਾਂ ਦੀਆਂ ਕਹਾਣੀਆਂ, ਇਤਿਹਾਸ ਪੜ੍ਹੀਏ, ਕਿਹੜੇ ਭਗਤ ਨੂੰ ਪ੍ਰੇਮ ਤੋਂ ਬਗੈਰ ਮਿਲਿਆ ਹੈ? ਸਭ ਨੂੰ ਪ੍ਰੇਮ ਦੇ ਨਾਲ ਮਿਲਿਆ।
ਉਹ ਕਹਿਣ ਲੱਗਾ ਮੈਂ ਮੇਰਾ ਕਿੱਕਰ ਦਾ ਕੋਈ ਮਤਲਬ ਨਹੀਂ, ਮੇਰਾ ਮਠਿਆਈ ਨਾਲ ਕੋਈ ਮਤਲਬ ਨਹੀਂ, ਮੇਰਾ ਕੇਵਲ ਤੇ ਕੇਵਲ ਗੁਰੂ ਦੇ ਬਚਨ ਨਾਲ ਮਤਲਬ ਹੈ। ਚੜਿਆ ਕਿੱਕਰ ਤੇ ਕਿੱਕਰ ਨੂੰ ਹਿਲਾਇਆ, ਥੱਲੇ ਮਠਿਆਈ ਡਿੱਗ ਪਈ। ਗੁਰੂ ਸਮਰੱਥ ਹੈ ਪਿਆਰਿਓ, ਗੁਰੂ ਸਮਰੱਥ ਹੈ। ਗੁਰੂ ਦੇ ਬੋਲ ਸਮਰੱਥ ਨੇ। ਗੁਰੂ ਬੋਲਦਾ ਹੀ ਉਹ ਜਿਹੜਾ ਪਰਮੇਸ਼ਰ ਬੁਲਾਉਂਦਾ ਹੈ। ਗੁਰੂ ਬੋਲਦਾ ਹੀ ਉਹ ਕੁਝ ਹੈ ਜੋ ਪਰਮੇਸ਼ਰ ਬੁਲਾਉਂਦਾ ਹੈ। ਫਿਰ ਗੁਰੂ ਦੇ ਬੋਲ ਤੇ ਪਰਮੇਸ਼ਰ ਦੇ ਬੋਲ ਕਦੇ ਝੂਠੇ ਨਹੀਂ ਹੋ ਸਕਦੇ। ਪਿਆਰਿਓ, ਗੁਰੂ ਨਾਨਕ ਸਾਹਿਬ ਨੇ ਜੋ ਸਾਨੂੰ ਲਿਖ ਕੇ ਝੋਲੀ ਵੀ ਸਾਡੀ ਪਾਤ ਦਾ, ਚੰਦ ਸੂਰਜ ਤਾਰੇ ਬ੍ਰਹਿਮੰਡ ਖੰਡ ਆਪਣੀਆਂ ਦਿਸ਼ਾਵਾਂ ਬਦਲ ਦੇਣ ਤੇ ਵੀਹਰਾਂ ਬਦਲ ਦੇਣ, ਪਹਾੜ ਬਰਫ਼ ਬਣ ਕੇ ਪਿਘਲ ਜਾਣ, ਸਮੁੰਦਰਾਂ ਦਾ ਪਾਣੀ ਸੁੱਕ ਜਾਵੇ, ਇਹੋ ਜਿਹੇ ਵੱਡੇ ਵੱਡੇ ਕੌਤਕ ਹੋ ਜਾਣ, ਪਰ ਗੁਰੂ ਦਾ ਬਚਨ ਜਿਹੜਾ ਉਹ ਕਦੇ ਫਿਰ ਨਹੀਂ ਸਕਦਾ। ਪਰ ਸਾਨੂੰ ਇਤਬਾਰ ਹੋਣਾ ਚਾਹੀਦਾ, ਸਾਨੂੰ ਭਰੋਸਾ ਹੋਣਾ ਚਾਹੀਦਾ, ਵਿਸ਼ਵਾਸ ਹੋਊਗਾ ਗੁਰੂ ਤੇ ਪਿਆਰਿਓ। ਪਾਤਸ਼ਾਹ ਕਹਿੰਦੇ ਗੁਰੂ ਨੂੰ ਸਾਡੇ ਕੀਤੇ ਪਾਪ ਕਰਮਾਂ ਦੀ ਜਿਹੜੀ ਮੈਲ ਹੈ ਤੁਹਾਨੂੰ ਇੱਕ ਛਿਣ ਲੱਗਦਾ ਹੈ। ਪਲ ਪੰਕਜ ਮੈਂ ਕੋਟ ਉਧਾਰੇ। ਉਹ ਗੁਰੂ ਸਾਡਾ ਜਿਹੜਾ ਐਡਾ ਵੱਡਾ ਸਮਰੱਥ ਹੈ, ਉਹ ਕਹਿੰਦੇ ਇਕੱਲੇ ਇਨਸਾਨ ਤੇਰੀ ਨਹੀਂ, ਤੇਰੇ ਵਰਗੇ ਕਰੋੜਾਂ ਦੀ ਅਰਬਾਂ ਖਰਮਾਂ ਦੀ ਮੈਲ ਲੱਗੀ ਹੋਈ ਮਨ ਦੀ ਪਾਪੇ ਪਾਪ ਕਰਮਾਂ ਦੀ ਇੱਕ ਛਿਣ ਵਿੱਚ ਧੋਣ ਦੀ ਸਮਰੱਥਾ ਰੱਖਦਾ ਹੈ। ਤੇ ਗੱਲ ਪਿਆਰ ਸੁਣਦੇ ਹੀ ਆ ਖੜੀ ਹੋਈ, ਜੇ ਗੁਰੂ ਦਾ ਸ਼ਬਦ ਸੁਣਾਂਗੇ ਤਾਂ, ਉਹਨੂੰ ਕਮਾਵਾਂਗੇ ਤਾਂ ਪਿਆਰ ਪੈਦਾ ਹੋ, ਪ੍ਰੇਮ ਪੈਦਾ ਹੋ। ਇਹ ਪ੍ਰੇਮ ਹੀ ਇੱਕ ਇਹੋ ਜਿਹਾ ਸਾਧਨ ਹੈ ਜਿਹੜੀ ਜਨਮਾਂ ਜਨਮਾਂਤਰਾਂ ਦੀ ਮੈਲ ਨੂੰ ਲਾ ਸਕਦਾ, ਲੱਗੀ ਹੋਈ ਕਰਮਾਂ ਦੀ। ਇੱਥੇ ਸਮਾਪਤੀ ਕਰਦੇ ਨੇ, ਇੰਨੇ ਕੁ ਵਿਚਾਰ ਪ੍ਰਵਾਨ ਕਰਨੇ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕਰਦੇ। ਕੱਲ੍ਹ ਨੂੰ ਜੋ ਆਪਣੇ ਤੇ ਪਾਤਸ਼ਾਹ ਕਿਰਪਾ ਕਰਨਗੇ ਉਹ ਜੀ ਆਪਾਂ ਕੱਲ੍ਹ ਨੂੰ ਵਿਚਾਰ ਕਰ ਲਵਾਂਗੇ। ਆਓ ਸਤਿਗੁਰਾਂ ਦੇ ਚਰਨਾਂ ਵਿੱਚ ਆਪਾਂ ਪਿੰਡ ਦੇ ਭਲੇ ਵਾਸਤੇ, ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।